ਇਹ ਤੁਸੀਂ ਇਸ ਮਸਜਿਦ ਦੇ ਹਵਾਲੇ ਨਾਲ ਪੁੱਛਦੇ ਪਏ ਹੋ। ਇਹ ਖਿਲਜੀ ਦੌਰ ਦੀ ਨਾ ਜੀ ਮਸਜਿਦ ਹੈ। ਅਲਾਉਦੀਨ ਖਿਲਜੀ ਦੌਰ ਵਿੱਚ ਉਹਨਾਂ ਦੇ ਇੱਧਰੋਂ ਗੁਜ਼ਰ ਹੋਇਆ ਜਾਂ ਉਹਨਾਂ ਨੇ ਇੱਧਰ ਬਸੇਰਾ ਕੀਤਾ। ਇਸ ਕਿਉਂਕਿ ਤਾਰੀਖੀ ਗਾਉਂ ਸੀ ਜਲਾਲਪੁਰ ਕੋਨਾ, ਤੇ ਉਹਨਾਂ ਉਸ ਵਕਤ ਮਸਜਿਦ ਤਾਮੀਰ ਕੀਤੀ ਸੀ। ਉਸ ਤੋਂ ਬਾਅਦ ਇਸ ਮਸਜਿਦ ਦਾ ਕੋਈ ਪੁਰਸਾਨੇ ਹਾਲ ਨਹੀਂ ਸੀ ਰਿਹਾ ਬੜੀ ਦੇਰ ਤੱਕ। ਜਦੋਂ ਵੀ ਇਸ ਨੂੰ ਕੋਈ ਨੁਕਸਾਨ ਹੁੰਦਾ ਸੀ ਕਿਸੇ ਫਲੱਡ ਦੀ ਵਜ੍ਹਾ ਤੋਂ ਜਾਂ ਕਿਸੇ ਤੂਫਾਨ ਦੀ ਵਜ੍ਹਾ ਤੋਂ, ਤੇ ਸਾਡੇ ਆਬਾਓ ਇਦਾਦ ਜਾਂ ਅਹਿਲੇ ਦੇ ਜਿਹੜੇ ਨੇ ਉਹ ਆਪਣੀ ਮਦਦ ਆਪ ਦੇ ਤਹਿਤ ਇਸ ਨੂੰ ਤਾਮੀਰ ਕਰਦੇ ਰਹੇ ਨੇ, ਜਿਹੜਾ ਹਿੱਸਾ ਇਸ ਦਾ ਕੋਈ ਸ਼ਹੀਦ ਹੁੰਦਾ ਸੀ। ਲੇਕਿਨ 2002 ਦੇ ਵਿੱਚ ਮਹਿਕਮਾ ਔਕਾਫ ਔਰ ਮਹਿਕਮਾ ਆਸਾਰੇ ਕਦੀਮਾ ਉਹਨਾਂ ਦੋਨਾਂ ਨੇ ਨੋਟਿਸ ਲਿਆ। ਕੁਝ ਦੋਸਤਾਂ ਨੇ ਦਰਖਾਸਤਾਂ ਵਗੈਰਾ ਵੀ ਦਿੱਤੀਆਂ ਇਸ ਸਿਲਸਿਲੇ 'ਚ, ਔਰ ਮੀਡੀਆ ਨੇ ਵੀ ਇਸ ਨੂੰ ਹਾਈਲਾਈਟ ਕੀਤਾ, ਤੇ ਉਹਨਾਂ ਦੋਨਾਂ ਮਹਿਕਮਿਆਂ ਨੇ ਇਸ ਦੀ ਦੁਬਾਰਾ ਤਾਜ਼ੀਨੋ ਆਰਾਇਸ਼ ਕਰਵਾਈ ਸੀ। ਲੇਕਿਨ ਇਸ ਵਕਤ ਉਹਨੂੰ 20 ਸਾਲ ਹੋ ਗਏ ਨੇ, 2002 ਵਿੱਚ ਹੋਈ ਸੀ। ਲੇਕਿਨ ਹੁਣ ਫਿਰ ਹੁੰਦਾ ਉਹੀ ਹਾਲ ਹੋ ਗਿਆ। ਬੜੀ ਨਾਕਸ ਜੀ ਉਦੋਂ ਉਹਨਾਂ ਉਹ ਤਾਜ਼ੀਨ ਕੀਤੀ ਸੀ, ਤੇ ਹੁਣ ਤਾਂ ਇਹ ਫਿਰ ਖਸਤਾ ਹਾਲ ਹੋ ਗਈ ਹੈ। ਤੇ ਸਾਡੀ ਇਸਤਦਾਤ ਹੈ ਕਿ ਇਸ ਨੂੰ ਮਹਿਫੂਜ਼ ਕੀਤਾ ਜਾਏ, ਕਿ ਐਸਾ ਨਾ ਹੋ ਕਿ ਇੱਕ ਬੜਾ ਕੀਮਤੀ ਵਿਰਸਾ ਹੈ ਤੇ ਇਹ ਵੀ ਸਾਡੇ ਹੱਥੋਂ ਨਿਕਲ ਨਾ ਜਾਏ। ਅੱਛਾ ਚੌਧਰੀ ਸਾਹਿਬ, ਜਦੋਂ ਟੀਮਾਂ ਆਈਆਂ ਸਨ ਉਹਨਾਂ ਨੇ ਬਕਾਇਦਾ ਇੱਕ ਪ੍ਰੋਗਰਾਮ ਦਿੱਤਾ ਸੀ ਕਿ ਇੱਥੇ ਲਾਇਬ੍ਰੇਰੀ ਬਣੇਗੀ ਅਤੇ ਇੱਥੇ ਕੰਪਿਊਟਰ ਜਿਹੜੀ ਲੈਬ ਹੋਏਗੀ, ਇੱਥੇ ਇਸ ਤਰ੍ਹਾਂ ਹੋਏਗਾ, ਇੰਝ ਹੋਏਗਾ। ਉਹ ਕਿਹਾ ਜਿਹੜੇ ਉਹ ਵਾਅਦੇ ਦਾਅਵੇ ਕੀਤੇ ਸਨ ਉਹਨਾਂ ਦੇ ਕੋਈ ਬਾਅਦ ਵਿੱਚ ਕੋਈ ਪੂਰੇ ਹੋਣ ਦੀ ਹਾਲੇ ਤੱਕ ਤੇ ਹੋਏ ਨਹੀਂ। ਕਿਆ ਕੋਈ ਉਮੀਦ ਹੈ ਉਹਨਾਂ ਦੀ? ਜੀ ਬਿਲਕੁਲ। ਉਸ ਵਕਤ ਉਹ ਜਿਹੜੇ ਮਹਿਕਮਾ ਔਕਾਫ ਵਾਲੇ ਸਨ ਨਾ ਜੀ, ਉਹਨਾਂ ਨੇ ਇਹ ਬਕਾਇਦਾ ਇੱਥੇ ਇਹ ਦਾਅਵਾ ਕੀਤਾ ਕਿ ਅਗਰ ਤੁਸੀਂ ਸਾਨੂੰ ਜ਼ਮੀਨ ਦਿਓ ਤਾਂ ਅਸੀਂ ਇੱਥੇ ਇੱਕ ਲਾਇਬ੍ਰੇਰੀ ਬਣਵਾਵਾਂਗੇ, ਨਾਲ ਉਸ ਦੇ ਅਸੀਂ ਇੱਕ ਡਿਸਪੈਂਸਰੀ ਬਣਵਾਵਾਂਗੇ, ਜਿਸ ਤੋਂ ਪੂਰੇ ਇਲਾਕੇ ਦੇ ਲੋਕ ਬੱਚੇ ਜਿਹੜੇ ਨੇ ਨਈ ਆਉਣ ਨਸਲ ਜਿਹੜੀ ਉਹ ਮੁਸਤਫੀਦ ਹੋਵੇਗੀ। ਉਸ ਵਕਤ ਸਾਡੇ ਵਾਲਦ ਸਾਹਿਬ ਨੇ ਵੀ, ਹਾਜੀ ਸਾਰਾ ਖਾਨ ਸਾਹਿਬ ਨੇ ਵੀ 1 ਏਕੜ ਜ਼ਮੀਨ ਦਾ ਵਾਅਦਾ ਕੀਤਾ, ਤੇ ਮਾਸਟਰ ਮਨਸ਼ਾ ਮਗਫੂਰ ਅੱਲਾ ਜੰਨਤ ਦੇਵੇ ਉਹਨਾਂ ਦੀ ਔਲਾਦ ਨੇ ਵਾਅਦਾ ਕੀਤਾ। ਲੇਕਿਨ ਮਹਿਕਮੇ ਨੇ ਉਸ ਦੀ ਤਰਫ ਕੋਈ ਤਵੱਜੋ ਨਾ ਕੀਤੀ, ਔਰ ਹੁਣ ਤੱਕ ਕੋਈ ਮਹਿਕਮੇ ਤਵੱਜੋ ਨਹੀਂ ਕੀਤੀ। ਇਸ ਵਾਸਤੇ ਮਹਿਕਮਾ ਜਿਹੜਾ ਅੱਗੇ ਬਣਵਾ ਕੇ ਗਿਆ ਸੀ ਉਹ ਖਸਤਾ ਹਾਲ ਹੋ ਗਿਆ। ਮਹਿਕਮੇ ਨਵਾਂ ਕੀ ਬਣਵਾਉਣਾ ਸੀ। ਅੱਛਾ, ਇਹ ਜਿਸ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਮਸਜਿਦ ਬੜੀ ਮਿਹਨਤ ਨਾਲ ਬਣਾਈ ਗਈ ਸੀ, ਤੇ ਲੇਕਿਨ ਉਸ ਤਰ੍ਹਾਂ ਉਹਦੀ ਹਿਫਾਜ਼ਤ ਨਹੀਂ ਹੋਈ। ਤੇ ਫਿਰ ਇਹ ਫਲੱਡ ਦਾ ਇਲਾਕਾ ਹੈ, ਤੇ ਫਲੱਡ ਵੀ ਤਕਰੀਬਨ ਹਰ ਸਾਲ ਹੀ ਆਉਂਦਾ ਹੈ, ਨਹੀਂ ਤਾਂ 2-3 ਸਾਲਾਂ ਬਾਅਦ ਲਾਜ਼ਮੀ ਆਉਂਦਾ ਹੈ, ਤੇ ਉਹਦੀ ਵਜ੍ਹਾ ਤੋਂ ਵੀ ਇਹਦਾ ਨੁਕਸਾਨ ਹੁੰਦਾ ਹੋਏਗਾ। ਜੀ ਯਕੀਨਨ ਫਲੱਡ ਬਹੁਤ ਜ਼ਿਆਦਾ ਇਫੈਕਟ ਹੁੰਦਾ ਹੈ। ਫਲੱਡ ਹੀ ਸਾਰਿਆਂ ਨਾਲੋਂ ਜ਼ਿਆਦਾ ਨੁਕਸਾਨ ਕਰਦਾ ਹੈ। ਹੁਣ ਚੂँਕਿ ਮਹਿਕਮਾ ਤੇ ਇੱਥੇ ਕੋਈ ਇਸ ਸਾਲ ਕੋਈ ਦਾ ਇਮਤਿਹਾਨ ਕੋਈ ਨਹੀਂ, ਤੇ ਆਪਣੇ ਤੌਰ ਤੇ ਸ਼ਹਿਰਦਾਰਾਂ ਨੇ ਆਪਣੇ ਤੌਰ ਤੇ ਟਾਊਨ ਕਮੇਟੀ ਤਰਫੋਂ ਇੱਕ ਮੁਲਾਜ਼ਮ ਮੁਸਤਾਰ ਲਿਆ ਹੈ। ਤਨਖਾਹ ਉਹਨੂੰ ਟਾਊਨ ਕਮੇਟੀ ਦਿੰਦੀ ਹੈ, ਉਹ ਹਫ਼ਤੇ ਅਸ਼ਰੇ ਬਾਅਦ ਆ ਕੇ ਸਫਾਈਸ਼ ਵੀ ਕਰ ਜਾਂਦਾ। ਜਾਂ ਜਿਹੜੇ ਸਾਈਡਾਂ ਤੇ ਦਰਖਤ ਲੱਗੇ ਨੇ, ਸਾਰੇ ਦਰਖਤ ਵੀ ਉਹਦੀ ਮਿਹਨਤ ਸੀ, ਉਹ ਸੀ ਲਾਏ ਨੇ, ਤੇ ਉਹ ਇਸ ਤਰ੍ਹਾਂ ਸਿਲਸਿਲਾ ਚੱਲਦਾ ਪਿਆ। ਕੋਈ ਓਵਰਆਲ ਇਸ ਤੇ ਕੋਈ ਗੌਰਮੈਂਟ ਦਾ ਫੋਕਸ ਕੋਈ ਨਹੀਂ। ਅੱਛਾ, ਇੱਕ ਮਾਸੂਮਾਨਾ ਸਵਾਲ ਹੈ ਕਿ ਜਿਸ ਤਰ੍ਹਾਂ ਵਜ਼ੀਰ ਆਲਾ ਪੰਜਾਬ ਨੇ ਸਾਫ਼ ਸੁਥਰਾ ਪੰਜਾਬ ਦੀ ਮੁਹਿੰਮ ਚਲਾਈ ਹੈ, ਤੇ ਸਾਡੇ ਮਾਸ਼ਾਅੱਲਾ DC ਸਾਹਿਬ ਜਿਹੜੇ ਨੇ ਅਬਦੁਰ ਰਜ਼ਾਕ ਸਾਹਿਬ ਬੜੀ ਕੋਸ਼ਿਸ਼ਾਂ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਉਹ ਸਫਾਈਆਂ ਵੀ ਕਰ ਰਹੇ ਨੇ, ਹਰ ਚੀਜ਼ ਹੋ ਰਹੀ ਹੈ। ਉਹ ਕਿਆ ਉਹਨਾਂ ਅੱਗੇ ਕੋਈ ਦਰਖਾਸਤ ਨਹੀਂ ਕਰਨੀ ਚਾਹੀਦੀ ਕਿ ਉਹ ਇੱਧਰ ਵੀ ਧਿਆਨ ਦੇਣ? ਇੱਕ ਵਿਰਸਾ ਹੈ, ਇੱਕ ਕੌਮੀ ਵਿਰਸਾ ਹੈ, ਤਾਰੀਖ ਹੈ ਇੱਕ ਜਿਹੜੀ, ਅਗਰ ਇਹਨੂੰ ਵੀ ਮਹਿਫੂਜ਼ ਕਰਨ ਵਾਸਤੇ ਉਹ ਵੀ ਕੁਝ ਕਰ ਸਕਦੇ ਨੇ। ਜੀ ਬਿਲਕੁਲ। DC ਸਾਹਿਬ ਵੇਖੋ ਨਾ, ਡਿਸਟ੍ਰਿਕਟ ਦੇ ਉਹ ਸਭ ਤੋਂ ਵੱਡੇ ਨੇ, ਉਹ ਹੀ ਸਾਨੂੰ ਜ਼ਿਆਦਾ ਕਰ ਸਕਦੇ ਨੇ। ਉਹ ਆਪਣੇ ਤੌਰ ਤੇ ਹੀ ਕਰ ਸਕਦੇ ਨੇ ਜਾਂ ਕਿਸੇ ਹੋਰ ਡਿਪਾਰਟਮੈਂਟ ਕੋਲ ਹੀ ਕਰਾ ਸਕਦੇ ਨੇ। ਬਿਲਕੁਲ ਸਾਡੀ ਗੁਜ਼ਾਰਿਸ਼ ਹੈ DC ਸਾਹਿਬ ਅੱਗੇ ਕਿ ਉਹ ਜ਼ਰੂਰ ਇਸ ਆਪਣੇ ਉਹਨਾਂ ਨੂੰ ਇਹ ਨੋਟਿਸ ਲੈਣਾ ਚਾਹੀਦਾ।